ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ। ਤਾਂ ਤੁਹਾਡੇ ਸਭ ਦੇ ਪਿਆਰ ਤੇ ਸਪੋਰਟ ਦੇ ਨਾਲ ਆਪਣਾ ਜੋ ਪਰਿਵਾਰ ਹੈ ਉਹ ਲਗਭਗ 100 ਮੈਂਬਰਾਂ ਦਾ ਹੋ ਚੁੱਕਿਆ ਹੈ। ਅੱਗੇ ਵੀ ਤੁਸੀਂ ਆਪਣਾ ਪਿਆਰ ਤੇ ਸਪੋਰਟ ਇਸੇ ਤਰ੍ਹਾਂ ਹੀ ਬਣਾਏ ਰੱਖਿਓ। ਤਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਅਰਥ ਵਿਵਸਥਾ ਦੀਆਂ ਕੇਂਦਰੀ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਉਹਨਾਂ ਦੇ ਬਾਰੇ ਪੜ੍ਹ ਲਿਆ ਸੀ ਤੇ ਮੈਂ ਦੱਸਿਆ ਸੀ ਵੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਉਤਪਾਦਨ ਸੰਭਾਵਨਾ ਵਕਰ ਕੀ ਹੁੰਦਾ ਉਸ ਬਾਰੇ ਪੜਾਂਗੇ। ਤਾਂ ज़्यादा ਸਮਾਂ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਉਤਪਾਦਨ ਸੰਭਾਵਨਾ ਵਕਰ। ਤਾਂ ਉਤਪਾਦਨ ਸੰਭਾਵਨਾ ਵਕਰ ਕੀ ਹੈ? ਉਹ ਵਾਲਾ ਵਕਰ ਹੈ ਜੋ ਦੋ ਵੱਖ-ਵੱਖ ਵਸਤੂਆਂ ਦੇ ਉਤਪਾਦਨ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਗਾ। ਪਰ ਸ਼ਰਤ ਇਹ ਹੈ ਕਿ ਜੋ ਉਸ ਦੇ ਲਈ ਉਤਪਾਦਨ ਦੇ ਸਾਧਨ ਹੈ ਤੇ ਉਤਪਾਦਨ ਦੀ ਤਕਨੀਕ ਹੈ ਉਹ ਕੀ ਹੈ? ਸੇਮ ਰਹਿੰਦੀ ਹੈ। ਮਤਲਬ ਉਤਪਾਦਨ ਦੇ ਸਾਧਨਾਂ ਦੇ ਵਿੱਚ ਤੇ ਤਕਨੀਕ ਦੇ ਵਿੱਚ ਜਦੋਂ ਕਿਸੇ ਵੀ ਪ੍ਰਕਾਰ ਦਾ ਪਰਿਵਰਤਨ ਨਹੀਂ ਹੁੰਦਾ ਤਾਂ ਉਦੋਂ ਦੋ ਵਸਤੂਆਂ ਦੇ ਵੱਖ-ਵੱਖ ਉਤਪਾਦਨ ਸੰਭਾਵਨਾਵਾਂ ਨੂੰ ਪ੍ਰਗਟ ਕਰਨ ਵਾਲੇ ਵਕਰ ਨੂੰ ਅਸੀਂ ਕਹਿ ਦਿੰਦੇ ਹਾਂ ਉਤਪਾਦਨ ਸੰਭਾਵਨਾ ਵਕਰ। ਤਾਂ ਆਪਾਂ ਪ੍ਰੋਫੈਸਰ ਲਿਪਸੀ ਦੀ ਪਰਿਭਾਸ਼ਾ ਦੇ ਨਾਲ ਸ਼ੁਰੂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਪਰਿਭਾਸ਼ਾ ਲਿਖਦੇ ਹਾਂ ਪ੍ਰੋਫੈਸਰ ਲਿਪਸੀ ਦੁਆਰਾ ਜੋ ਦੱਸੀ ਗਈ ਹੈ। ਤਾਂ ਪ੍ਰੋਫੈਸਰ ਲਿਪਸੀ ਕਹਿੰਦੇ ਆ ਉਤਪਾਦਨ ਸੰਭਾਵਨਾ ਵਕਰ ਉਹ ਵਕਰ ਹੈ ਜਿਹੜਾ ਦੋ ਵਸਤੂਆਂ ਦੇ ਸੰਭਵ ਜੋੜਿਆਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੂੰ ਇੱਕ ਅਰਥ ਵਿਵਸਥਾ ਰਾਹੀਂ ਪੈਦਾ ਕੀਤਾ ਜਾ ਸਕਦਾ ਹੈ ਜਦੋਂ ਕਿ ਸਾਧਨ ਅਤੇ ਤਕਨੀਕ ਸਥਿਰ ਰਹਿੰਦੇ ਹਨ। ਤਾਂ ਪ੍ਰੋਫੈਸਰ ਲਿਪਸੀ ਕੀ ਕਹਿੰਦੇ ਆ? ਉਤਪਾਦਨ ਸੰਭਾਵਨਾ ਵਕਰ ਹੈ ਜੋ ਦੋ ਵੱਖ-ਵੱਖ ਵਸਤੂਆਂ ਦੇ ਸੰਭਵ ਜੋੜਿਆਂ ਨੂੰ ਦਰਸਾਉਂਦਾ ਹੈ ਜਿਹੜਾ ਕੀ ਹੈ ਕੋਈ ਵੀ ਇੱਕ ਦੇਸ਼ ਪੈਦਾ ਕਰ ਸਕਦਾ ਹੈ, ਪਰ ਸ਼ਰਤ ਉਹੀ ਹੈ ਕਿ ਉਤਪਾਦਨ ਦੇ ਸਾਧਨ ਤੇ ਉਤਪਾਦਨ ਦੀ ਜੋ ਤਕਨੀਕ ਆ ਉਹ ਸਥਿਰ ਰਹਿਣੀ ਚਾਹੀਦੀ ਹੈ। ਇਹਨੂੰ ਆਪਾਂ ਇੱਕ ਐਗਜ਼ਾਮਪਲ ਦੇ ਜ਼ਰੀਏ ਸਮਝਦੇ ਹਾਂ। ਮੰਨ ਲਓ ਆਹ ਸਾਡੇ ਕੋਲੇ ਇੱਕ ਖੇਤ ਹੈ ਔਰ ਇਸ ਖੇਤ ਦੇ ਵਿੱਚ ਅਸੀਂ ਕਣਕ ਤੇ ਜੋ ਚੌਲ ਹੈ ਇਹ ਦੋ ਵਸਤੂਆਂ ਪੈਦਾ ਕਰਨਾ ਚਾਹੁੰਦੇ ਹਾਂ। ਦੇਖੋ ਜੇ ਤਾਂ ਅਸੀਂ ਉਤਪਾਦਨ ਦੇ ਸਾਰੇ ਸਾਧਨ ਇਸ ਖੇਤ ਦੇ ਵਿੱਚ ਸਿਰਫ ਕਣਕ ਪੈਦਾ ਕਰਨ ਲਈ ਲਗਾ ਦਈਏ ਤਾਂ ਚੌਲਾਂ ਦਾ ਜੋ ਉਤਪਾਦਨ ਹੈ ਸਾਡੇ ਕੋਲੇ ਬਿਲਕੁਲ ਵੀ ਨਹੀਂ ਹੋਊਗਾ। ਜੇ ਅਸੀਂ ਸੋਚੀਏ ਕਿ ਅਸੀਂ ਇਸ ਹਿੱਸੇ ਦੇ ਵਿੱਚ ਚੌਲ ਪੈਦਾ ਕਰਨੇ ਆ ਤਾਂ ਦੇਖੋ ਪਹਿਲਾਂ ਅਸੀਂ ਆ ਸਾਰੇ ਹਿੱਸੇ ਦੇ ਵਿੱਚ ਕਣਕ ਪੈਦਾ ਕਰ ਰਹੇ ਸੀ। ਹੁਣ ਜਦੋਂ ਅਸੀਂ ਇਸ ਹਿੱਸੇ ਦੇ ਵਿੱਚ ਚੌਲ ਪੈਦਾ ਕਰਾਂਗੇ ਤਾਂ ਕਣਕ ਦਾ ਜੋ ਸਾਡਾ ਹਿੱਸਾ ਹੈ ਉਹ ਇੰਨਾ ਬਚ ਜੂਗਾ। ਮੰਨ ਲਓ ਅਸੀਂ ਚਾਹੁੰਦੇ ਹਾਂ ਵੀ ਅਸੀਂ ਹੋਰ ਚੌਲ ਪੈਦਾ ਕਰਨੇ ਆ ਤਾਂ ਅਸੀਂ ਕੀ ਹੈ ਇਸ ਹਿੱਸੇ ਦੇ ਵਿੱਚ ਵੀ ਚੌਲ ਲਗਾਵਾਂਗੇ ਤਾਂ ਫਿਰ ਦੇਖੋ ਕਣਕ ਦਾ ਸਾਡੇ ਕੋਲ ਜੋ ਉਤਪਾਦਨ ਹੈ ਉਹ ਸਿਰਫ ਇਸ ਹਿੱਸੇ ਦੇ ਵਿੱਚ ਰਹਿ ਜੂਗਾ। ਇਸੇ ਤਰ੍ਹਾਂ ਜਿਵੇਂ ਜਿਵੇਂ ਅਸੀਂ ਚੌਲ ਵੱਧ ਪੈਦਾ ਕਰਦੇ ਜਾਵਾਂਗੇ ਉਵੇਂ ਕਣਕ ਦਾ ਉਤਪਾਦਨ ਕੀ ਹੈ ਘਟਦਾ ਜਾਊਗਾ। ਇਸ ਕਰਕੇ ਜਦੋਂ ਅਸੀਂ ਇਸ ਹਿੱਸੇ ਦੇ ਵਿੱਚ ਚੌਲ ਪੈਦਾ ਕਰਾਂਗੇ ਤਾਂ ਸਾਡੇ ਕਣਕ ਦਾ ਉਤਪਾਦਨ ਕੁਝ ਹੋਰ ਹੋਊਗਾ। ਜਦੋਂ ਅਸੀਂ ਇਸ ਹਿੱਸੇ ਦੇ ਵਿੱਚ ਵੀ ਚੌਲ ਪੈਦਾ ਕਰਾਂਗੇ ਤਾਂ ਉਦੋਂ ਸਾਡਾ ਕਣਕ ਦਾ ਉਤਪਾਦਨ ਕੁਝ ਹੋਰ ਹੋਊਗਾ। ਜਦੋਂ ਅਸੀਂ ਇਸ ਹਿੱਸੇ ਦੇ ਵਿੱਚ ਚੌਲ ਪੈਦਾ ਕਰਾਂਗੇ ਤਾਂ ਕਣਕ ਦਾ ਉਤਪਾਦਨ ਸਾਡਾ ਹੋਰ ਹੋਊਗਾ। ਇਸੇ ਤਰ੍ਹਾਂ ਜੇ ਅਸੀਂ ਸਾਰੇ ਹਿੱਸੇ ਦੇ ਵਿੱਚ ਹੀ ਚੌਲ ਪੈਦਾ ਕਰੀਏ ਤਾਂ ਕਣਕ ਦਾ ਉਤਪਾਦਨ ਕੀ ਹੈ ਸਾਡਾ 0 ਹੋ ਜਾਊਗਾ। ਤਾਂ ਇਹ ਜਿਹੜੀਆਂ ਚੌਲ ਪੈਦਾ ਕਰਨ ਦੇ ਨਾਲ ਕਣਕ ਦੇ ਉਤਪਾਦਨ ਦੇ ਵਿੱਚ ਦੇਖੋ ਅਲੱਗ-ਅਲੱਗ ਪਰਿਵਰਤਨ ਹੋਊਗਾ। ਤਾਂ ਇਸ ਚੀਜ਼ ਨੂੰ ਕੌਣ ਰਿਪਰੈਜ਼ੈਂਟ ਕਰਦਾ? ਸਾਡਾ ਉਤਪਾਦਨ ਸੰਭਾਵਨਾ ਵਕਰ। ਉਸ ਤੋਂ ਅੱਗੇ ਹੈ ਉਤਪਾਦਨ ਸੰਭਾਵਨਾ ਵਕਰ ਦੀਆਂ ਮਾਨਤਾਵਾਂ। ਤਾਂ ਮਾਨਤਾਵਾਂ ਨੂੰ ਅਸੀਂ ਐਜ਼ੰਪਸ਼ਨਸ ਵੀ ਕਹਿ ਦਿੰਦੇ ਹਾਂ। ਤਾਂ ਦੇਖੋ ਅਰਥ ਸ਼ਾਸਤਰ ਦਾ ਕੋਈ ਵੀ ਨਿਯਮ ਹੈ ਉਹ ਉਦੋਂ ਹੀ ਲਾਗੂ ਹੁੰਦਾ ਜਦੋਂ ਉਸ ਦੇ ਨਾਲ ਸੰਬੰਧਿਤ ਕੁਝ ਸ਼ਰਤਾਂ ਪੂਰੀਆਂ ਹੋਣ ਤੇ ਜਿਹੜੀਆਂ ਇਹ ਸ਼ਰਤਾਂ ਹੁੰਦੀਆਂ ਇਹਨਾਂ ਸ਼ਰਤਾਂ ਨੂੰ ਅਸੀਂ ਉਸ ਨਿਯਮ ਦੀਆਂ ਮਾਨਤਾਵਾਂ ਕਹਿ ਦਿੰਦੇ ਹਾਂ। ਤਾਂ ਸਭ ਤੋਂ ਪਹਿਲੀ ਮਾਨਤਾ ਹੈ ਉਤਪਾਦਨ ਦੇ ਸਾਧਨਾਂ ਦੀ ਮਾਤਰਾ ਸਥਿਰ ਹੈ। ਤਾਂ ਇਸ ਦਾ ਮਤਲਬ ਕੀ ਹੈ ਵੀ ਜੋ ਉਤਪਾਦਨ ਦੇ ਸਾਧਨ ਹੈ ਉਹਨਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਵਾਧਾ ਜਾਂ ਕਮੀ ਨਹੀਂ ਹੁੰਦੀ। ਸੈਕਿੰਡ ਹੈ ਸਾਡੇ ਕੋਲੇ ਅਰਥ ਵਿਵਸਥਾ ਦੇ ਵਿੱਚ ਜਿੰਨੇ ਵੀ ਸਾਧਨ ਹੈ
ਉਹਨਾਂ ਸਾਰੇ ਸਾਧਨਾਂ ਦੀ ਜੋ ਵਰਤੋਂ ਹੈ ਉਹ ਸੁਯੋਗਤਾਪੂਰਵਕ ਹੋ ਰਹੀ ਹੈ। ਇਸ ਦਾ ਮਤਲਬ ਇਹ ਹੈ ਵੀ ਜੋ ਵੀ ਸਾਡੇ ਉਤਪਾਦਨ ਦੇ ਸਾਧਨ ਹੈ ਉਹਨਾਂ ਵਿੱਚੋਂ ਕੋਈ ਵੀ ਸਾਧਨ ਸਾਡਾ ਕਿਸੇ ਵੀ ਪ੍ਰਕਾਰ ਨਾਲ ਵਿਅਰਥ ਹੈ ਜੋ ਨਹੀਂ ਜਾਂਦਾ। ਨੈਕਸਟ ਹੈ ਉਤਪਾਦਨ ਦੀ ਤਕਨੀਕ ਸਥਿਰ ਰਹਿੰਦੀ ਹੈ। ਇਸ ਦਾ ਮਤਲਬ ਇਹ ਹੈ ਵੀ ਅਸੀਂ ਜਿਸ ਵੀ ਢੰਗ ਦੇ ਨਾਲ ਉਤਪਾਦਨ ਕਰ ਰਹੇ ਹਾਂ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਜੋ ਚੇਂਜ ਆ ਉਹ ਨਹੀਂ ਆਉਂਦਾ। ਨੈਕਸਟ ਹੈ ਅਰਥ ਵਿਵਸਥਾ ਵਿੱਚ ਕੇਵਲ 2 ਵਸਤੂਆਂ ਦਾ ਉਤਪਾਦਨ ਹੋ ਰਿਹਾ ਹੈ। ਇਸ ਦਾ ਮਤਲਬ ਕੀ ਹੈ ਵੀ ਸਾਰੇ ਦੇਸ਼ ਵਿੱਚ ਅਸੀਂ ਸਿਰਫ 2 ਹੀ ਵਸਤੂਆਂ ਪੈਦਾ ਕਰਦੇ ਹਾਂ। ਨੈਕਸਟ ਹੈ ਸਾਡੇ ਕੋਲ ਉਤਪਾਦਨ ਸੰਭਾਵਨਾ ਵਕਰ ਹੈ ਜੋ ਇਹ ਥੋੜੇ ਸਮੇਂ ਲਈ ਬਣਾਇਆ ਜਾਂਦਾ ਹੈ। ਜੇਕਰ ਇਹ ਸਾਰੀਆਂ ਸ਼ਰਤਾਂ ਲਾਗੂ ਹੋਣ ਤਾਂ ਸਾਡਾ ਉਤਪਾਦਨ ਸੰਭਾਵਨਾ ਵਕਰ ਹੈ ਜੋ ਲਾਗੂ ਹੁੰਦਾ ਹੈ। ਹੁਣ ਆਪਾਂ ਇੱਕ ਉਦਾਹਰਨ ਦੇ ਨਾਲ ਇਹਦੀ ਵਿਆਖਿਆ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਮੈਂ ਇੱਕ ਟੇਬਲ ਬਣਾਉਣਾ। ਤਾਂ ਅਸੀਂ ਇੱਕ ਟੇਬਲ ਬਣਾਇਆ ਜਿਹਦੇ ਵਿੱਚ ਅਸੀਂ ਲਿਖਿਆ ਕਿ ਸਾਡੇ ਕੋਲੇ 2 ਪ੍ਰਕਾਰ ਦੀਆਂ ਵਸਤੂਆਂ ਹੈ, ਇੱਕ ਕਣਕ ਤੇ ਇੱਕ ਚੌਲ। ਔਰ ਜਿਹੜਾ ਵੀ ਇਹ ਉਤਪਾਦਨ ਮੈਂ ਲਿਖਿਆ ਹੋਇਆ ਹੈ ਇਹ ਲੱਖ ਟਨ ਦੇ ਵਿੱਚ ਹੈ। ਯਾਨੀ ਜਦੋਂ ਅਸੀਂ ਸਾਰੇ ਉਤਪਾਦਨ ਦੇ ਸਾਧਨ ਕਣਕ ਪੈਦਾ ਕਰਨ ਲਈ ਲਗਾਉਂਦੇ ਹਾਂ ਤਾਂ ਕਣਕ ਸਾਡੇ ਕੋਲੇ 100 ਲੱਖ ਟਨ ਪੈਦਾ ਹੁੰਦੀ ਹੈ ਤੇ ਚੌਲ ਸਾਡੇ ਕੋਲੇ ਬਿਲਕੁਲ ਵੀ ਪੈਦਾ ਨਹੀਂ ਹੁੰਦੇ। ਫਿਰ ਜਦੋਂ ਅਸੀਂ ਕੁਝ ਹਿੱਸੇ ਦੇ ਵਿੱਚ ਚੌਲ ਲਗਾਉਂਦੇ ਹਾਂ, ਜਿਵੇਂ ਦੇਖੋ ਅਸੀਂ ਇੱਥੇ ਐਗਜ਼ਾਮਪਲ ਦੇ ਨਾਲ ਸਮਝਿਆ ਸੀ, ਜਦੋਂ ਅਸੀਂ ਕੁਝ ਹਿੱਸੇ ਦੇ ਵਿੱਚ ਚੌਲ ਲਗਾਏ ਤਾਂ ਸਾਡੇ ਕੋਲੇ ਚੌਲਾਂ ਦਾ ਉਤਪਾਦਨ ਹੋ ਗਿਆ 10 ਲੱਖ ਟਨ ਤੇ ਸਾਡੇ ਕੋਲੇ ਜੋ ਕਣਕ ਦਾ ਉਤਪਾਦਨ ਹੈ ਉਹ ਪਹਿਲਾਂ ਦੇ ਮੁਕਾਬਲੇ ਘਟ ਕੇ 90 ਲੱਖ ਟਨ ਰਹਿ ਗਿਆ। ਇਸੇ ਤਰ੍ਹਾਂ ਜਦੋਂ ਹੀ ਅਸੀਂ ਹੋਰ ਚੌਲ ਬੀਜੇ ਤਾਂ ਚੌਲਾਂ ਦਾ ਉਤਪਾਦਨ ਵੱਧ ਕੇ ਹੋ ਗਿਆ ਸਾਡਾ 20 ਲੱਖ ਟਨ, ਪਰ ਕਣਕ ਦਾ ਉਤਪਾਦਨ ਘਟ ਕੇ ਸਾਡਾ 70 ਲੱਖ ਟਨ ਰਹਿ ਗਿਆ। ਇਸੇ ਤਰ੍ਹਾਂ ਜਦੋਂ ਅਸੀਂ ਸਾਰੇ ਸਾਧਨ ਹੀ ਚੌਲ ਪੈਦਾ ਕਰਨ ਦੇ ਉੱਪਰ ਲਗਾਏ ਤਾਂ ਚੌਲਾਂ ਦਾ ਉਤਪਾਦਨ ਸਾਡਾ ਹੋਇਆ 40 ਲੱਖ ਟਨ ਤੇ ਕਣਕ ਦਾ ਉਤਪਾਦਨ ਕੀ ਹੈ 0 ਹੋ ਗਿਆ। ਤਾਂ ਇਹ ਸਾਡੇ ਕੋਲੇ ਪਹਿਲੀ ਸੰਭਾਵਨਾ ਹੋ ਗਈ। ਇਹ ਦੂਸਰੀ, ਤੀਸਰੀ, ਚੌਥੀ, ਪੰਜਵੀਂ। ਜਦੋਂ ਅਸੀਂ ਇਹਨਾਂ ਦਾ ਵਕਰ ਬਣਾ ਦਾਂਗੇ ਇਸ ਅੰਕੜੇ ਦੇ ਨਾਲ ਤਾਂ ਉਹ ਸਾਡਾ ਕੀ ਬਣ ਜਾਊਗਾ ਉਤਪਾਦਨ ਸੰਭਾਵਨਾ ਵਕਰ। ਤਾਂ ਹੁਣ ਅਸੀਂ ਇਹਦਾ ਵਕਰ ਬਣਾਵਾਂਗੇ। ਦੇਖੋ ਜਿਹੜਾ ਵੀ ਵਕਰ ਬਣਾਉਣਾ ਅਸੀਂ ਉਹ ਪੇਪਰ ਦੇ ਵਿੱਚ ਅਸੀਂ ਪੈਨਸਲ ਦੇ ਨਾਲ ਬਣਾਉਣਾ। ਤਾਂ ਉਹਦੇ ਲਈ ਮੈਂ ਕੀ ਕੀਤਾ, ਇੱਕ ਪਾਸੇ ਉਹ ਐਕਸ ਅਕਸ਼ ਬਣਾ ਲਿਆ ਔਰ ਦੂਸਰੇ ਪਾਸੇ ਉਹ ਵਾਈ ਅਕਸ਼। ਤਾਂ ਹੁਣ ਅਸੀਂ ਕੀ ਕਰਾਂਗੇ, ਇੱਕ ਹਿੱਸੇ ਦੇ ਉੱਪਰ ਅਸੀਂ ਕਣਕ ਦਿਖਾ ਦਾਂਗੇ ਔਰ ਇੱਕ ਹਿੱਸੇ ਦੇ ਉੱਪਰ ਚੌਲ ਦਿਖਾ ਦਾਂਗੇ। ਤਾਂ ਮੈਂ ਇੱਕ ਵਾਰੀ ਡਾਟਾ ਰਿਪਰੈਜ਼ੈਂਟ ਕਰਦਾ। ਤਾਂ ਅਸੀਂ ਦੇਖੋ ਡਾਟਾ ਰਿਪਰੈਜ਼ੈਂਟ ਕਰ ਲਿਆ 10 20 30 40। ਉਸੇ ਤਰ੍ਹਾਂ ਇੱਧਰ 10 20 30 40 ਅਪ ਟੂ ਲਾਸਟ ਅਸੀਂ 100 ਤੱਕ ਜਿਹੜਾ ਡਾਟਾ ਹੈ ਉਹ ਲਿਖ ਲਿਆ। ਤਾਂ ਸਭ ਤੋਂ ਪਹਿਲਾਂ ਅਸੀਂ ਹੁਣ ਦੇਖੋ ਸਾਡੇ ਕੋਲੇ ਸੀਗਾ ਕਣਕ 100 ਤੇ ਚੌਲ 0। ਤਾਂ ਸਭ ਤੋਂ ਪਹਿਲਾਂ ਅਸੀਂ ਇਸ ਬਿੰਦੂ ਨੂੰ ਰਿਪਰੈਜ਼ੈਂਟ ਕਰਾਂਗੇ ਤਾਂ ਸਾਡਾ ਇਹ ਪੁਆਇੰਟ ਆ ਜਾਊਗਾ ਇਹ ਵਾਲਾ। ਫਿਰ ਸੈਕਿੰਡ ਹੈ ਸਾਡੇ ਕੋਲੇ ਕਣਕ 90 ਤੇ ਚੌਲ 10। ਤਾਂ ਇਸੇ ਤਰ੍ਹਾਂ ਅਸੀਂ 10 ਇੱਧਰੋਂ ਚੌਲ ਤੇ ਇੱਧਰ 90। ਇਹ ਸਾਡੇ ਗ੍ਰਾਫ ਹੈ ਜੋ ਬਿਲਕੁਲ ਸਿੱਧੇ ਹੀ ਹੋਣੇ ਚਾਹੀਦੇ ਹੈ। ਫਿਰ ਨੈਕਸਟ ਹੈ ਸਾਡੇ ਕੋਲੇ 70 20, ਇੱਧਰੋਂ 70 ਤੇ ਇੱਧਰੋਂ 20। ਤਾਂ ਸਾਡੇ ਕੋਲੇ ਇਸ ਟਾਈਪ ਇਹਦੇ ਵਿੱਚ ਪੁਆਇੰਟ ਆ ਜਾਊਗਾ। ਨੈਕਸਟ ਸਾਡੇ ਕੋਲੇ 40 30, ਇੱਧਰੋਂ ਸਾਡਾ 30 ਔਰ ਇੱਧਰੋਂ 40। ਫਿਰ ਹੈਗਾ ਸਾਡਾ 40 0। ਤਾਂ ਅਸੀਂ ਇਹਨੂੰ ਇਸ ਤਰ੍ਹਾਂ ਜਦੋਂ ਮਿਲਾ ਦਾਂਗੇ ਸਾਰੇ ਨੂੰ ਤਾਂ ਸਾਡੇ ਕੋਲੇ ਇਸ ਟਾਈਪ ਇਹਦੇ ਵਿੱਚ ਜਿਹੜੇ ਪੁਆਇੰਟ ਹੈਗੇ ਇਹ ਕਵਰ ਹੋ ਜਾਣਗੇ। ਜਦੋਂ ਅਸੀਂ ਪ੍ਰੋਪਰ ਪੈਨਸਲ ਸਕੇਲ ਦੇ ਨਾਲ ਇਹਨਾਂ ਦੇ ਗ੍ਰਾਫ ਬਣਾਵਾਂਗੇ ਤਾਂ ਬਿਲਕੁਲ ਉਹਦੀ ਸ਼ੇਪ ਸਾਡੀ ਇਸ ਤਰ੍ਹਾਂ ਦੀ ਨਜ਼ਰ ਆਊਗੀ। ਜੇਕਰ ਮੰਨ ਲਓ ਪੇਪਰ ਦੇ ਵਿੱਚ ਤੁਹਾਡੇ ਕੋਲੇ ਟਾਈਮ ਘੱਟ ਹੈ ਔਰ ਕੁਐਸਚਨ ਤੁਸੀਂ ਇਹ ਲਿਖਣਾ ਤਾਂ ਤੁਸੀਂ ਡਾਇਰੈਕਟਲੀ ਵੀ ਗ੍ਰਾਫ ਬਣਾ ਸਕਦੇ ਹੋ, ਜਿਵੇਂ ਮੈਂ ਬਣਾ ਕੇ ਦਿਖਾਣਾ। ਤੁਸੀਂ ਕੀ ਕਰਨਾ ਹੈ, ਇਸ ਤਰ੍ਹਾਂ ਇੱਕ ਲਾਈਨ ਲਗਾ ਦੇਣੀ ਹੈ ਔਰ ਗ੍ਰਾਫ ਦੀ ਜੋ ਸ਼ੇਪ ਆ ਉਹ ਇਸ ਢੰਗ ਦੇ ਵਿੱਚ ਬਣਾ ਦੇਣੀ ਹੈ। ਇੱਧਰ ਤੁਸੀਂ A ਮੈਂਸ਼ਨ ਕਰ ਦਿਓ ਔਰ ਇੱਧਰ B ਮੈਂਸ਼ਨ ਕਰ ਦਿਓ। ਤਾਂ ਅਸੀਂ ਇਸ ਤਰ੍ਹਾਂ OB OA ਇੱਧਰਲੇ ਪਾਸੇ ਕਣਕ ਲਿਖ ਦੇਣਾ ਔਰ ਇੱਧਰਲੇ ਪਾਸੇ ਚੌਲ ਲਿਖ ਦੇਣਾ। ਇਹਨਾਂ ਨੂੰ ਅਸੀਂ ਇਸ ਤਰ੍ਹਾਂ ਮਿਲਾ ਦਾਂਗੇ ਤਾਂ ਇਹ ਸਾਡੀਆਂ ਕੀ ਆ ਵੱਖ-ਵੱਖ ਸੰਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਬਣ ਜਾਣਗੀਆਂ। ਮੰਨ ਲਓ ਆ C ਪੁਆਇੰਟ ਹੋ ਗਿਆ, ਇਹ D ਪੁਆਇੰਟ ਹੋ ਗਿਆ। ਇੱਥੇ ਅਸੀਂ
ਈ ਲਿਖ ਲਾਂਗੇ, ਐਫ ਲਿਖ ਲਾਂਗੇ। ਮਤਲਬ ਕੀ ਆ, ਜਦੋਂ ਅਸੀਂ ਸਾਰੇ ਦੇ ਸਾਰੇ ਸਾਧਨ ਕਣਕ ਪੈਦਾ ਕਰਨ ਤੇ ਲਾਉਂਦੇ ਆ ਤਾਂ ਸਾਡੇ ਕੋਲੇ ਓ ਏ ਕਣਕ ਪੈਦਾ ਹੁੰਦੀ ਹੈ, ਪਰ ਚੌਲ ਹੈ ਜਿਹੜੇ ਸਾਡੇ ਬਿਲਕੁਲ ਵੀ ਪੈਦਾ ਨਹੀਂ ਹੁੰਦੇ। ਜਦੋਂ ਅਸੀਂ ਓ ਐਫ ਕਣਕ ਪੈਦਾ ਕਰਦੇ ਆ ਤਾਂ ਸਾਡੇ ਕੋਲੇ ਦੇਖੋ ਇਧਰਲੇ ਪਾਸੇ ਚੌਲ ਸਾਡੇ ਕੋਲੇ ਐਨ ਨੇ, ਇਹਨੂੰ ਅਸੀਂ ਐਮ ਨਾਮ ਦੇ ਦਿੰਦੇ ਆ, ਇਹਨੂੰ ਐਨ। ਯਾਨੀ ਜਦੋਂ ਅਸੀਂ ਓ ਐਫ ਕਣਕ ਪੈਦਾ ਕਰਦੇ ਆ ਤਾਂ ਸਾਡੇ ਕੋਲੇ ਓ ਐਮ ਚੌਲ ਹੈ ਜਿਹੜੇ ਪੈਦਾ ਹੋ ਜਾਂਦੇ ਆ। ਉਸੇ ਤਰ੍ਹਾਂ ਜਦੋਂ ਅਸੀਂ ਓ ਈ ਕਣਕ ਪੈਦਾ ਕਰਦੇ ਆ ਤਾਂ ਸਾਡਾ ਜਿਹੜਾ ਚੌਲਾਂ ਦਾ ਉਤਪਾਦਨ ਹੈ ਉਹ ਕਿੰਨਾ ਹੋ ਗਿਆ, ਓ ਐਨ। ਇਸੇ ਤਰ੍ਹਾਂ ਜਦੋਂ ਅਸੀਂ ਸਾਰੇ ਸਾਧਨ ਹੀ ਚੌਲ ਪੈਦਾ ਕਰਨ ਤੇ ਲਗਾ ਦਾਂਗੇ ਤਾਂ ਸਾਡੇ ਕੋਲੇ ਚੌਲਾਂ ਦਾ ਉਤਪਾਦਨ ਹੈ ਜੋ ਓ ਵੀ ਹੋਏਗਾ ਔਰ ਕਣਕ ਦਾ ਉਤਪਾਦਨ ਸਾਡਾ 0 ਹੋ ਜਾਏਗਾ। ਤਾਂ ਦੇਖੋ ਇੱਕ ਸਾਡੇ ਕੋਲੇ ਸੀ ਸੰਭਾਵਨਾ ਹੋ ਗਈ, ਇੱਕ ਬੀ ਹੋ ਗਈ, ਇੱਕ ਡੀ ਔਰ ਇੱਕ ਏ। ਇਸੇ ਤਰ੍ਹਾਂ ਇਸ ਡਾਇਗਰਾਮ ਦੇ ਵਿੱਚ ਵੀ ਅਸੀਂ ਲਿਖ ਸਕਦੇ ਹਾਂ ਵੀ ਏ ਸਾਡੀ ਸੰਭਾਵਨਾ ਹੋ ਗਈ, ਫਿਰ ਬੀ ਸੰਭਾਵਨਾ ਹੋ ਗਈ, ਸੀ, ਡੀ ਤੇ ਈ। ਜੇ ਸਮਾਂ ਘੱਟ ਹੋਇਆ ਤਾਂ ਤੁਸੀਂ ਡਾਇਗਰਾਮ ਇਸ ਤਰ੍ਹਾਂ ਬਣਾ ਸਕਦੇ ਹੋ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲੇ ਸਮਾਂ ਜ਼ਿਆਦਾ ਹੈ ਤਾਂ ਤੁਸੀਂ ਇਸ ਤਰ੍ਹਾਂ ਡਾਟੇ ਦੇ ਨਾਲ ਵੀ ਜਿਹੜਾ ਡਾਇਗਰਾਮ ਉਹ ਬਣਾ ਸਕਦੇ ਹੋ। ਤਾਂ ਹੁਣ ਅਗਲੇ ਕੁਐਸਚਨ ਦੇ ਵਿੱਚ ਜਦੋਂ ਵੀ ਮੈਂ ਡਾਇਗਰਾਮ ਬਣਾਉਂਗਾ ਤਾਂ ਮੈਂ ਸਿਰਫ ਕੀ ਹੈ, ਇਸ ਤਰ੍ਹਾਂ ਡਾਇਗਰਾਮ ਬਣਾਇਆ ਕਰੂੰਗਾ ਔਰ ਤੁਸੀਂ ਇਹ ਯਾਦ ਰੱਖਣਾ ਕਿ ਅਸੀਂ ਇਸ ਨੂੰ ਇਸ ਤਰ੍ਹਾਂ ਹੀ ਕਿਉਂ ਬਣਾਉਂਦੇ ਹਾਂ। ਇੱਕ ਇਹਦੀਆਂ ਦੋ ਸਾਡੇ ਕੋਲੇ ਵਿਸ਼ੇਸ਼ਤਾਵਾਂ ਹੈਗੀਆਂ। ਪਹਿਲੀ ਵਿਸ਼ੇਸ਼ਤਾ ਹੈ ਇਹਦੀ, ਜੋ ਇਹ ਉਤਪਾਦਨ ਸੰਭਾਵਨਾ ਵਕਰ ਹੈ, ਇਹਦੀ ਜੋ ਢਲਾਣ ਹੈ ਉਹ ਉੱਪਰ ਤੋਂ ਨੀਚੇ ਵੱਲ ਨੂੰ ਹੁੰਦੀ ਹੈ। ਤਾਂ ਜਿਵੇਂ ਆਪਾਂ ਦੇਖ ਸਕਦੇ ਹਾਂ ਵੀ ਆਪਾਂ ਇਹ ਡਾਇਗਰਾਮ ਬਣਾਇਆ ਸੀ, ਦੇਖੋ ਇੱਥੋਂ ਬਣਨਾ ਸ਼ੁਰੂ ਹੋਇਆ ਸੀ, ਲਾਸਟ ਇਹ ਸਾਡਾ ਨੀਚੇ ਤੱਕ ਗਿਆ ਸੀ। ਇਸ ਕਰਕੇ ਇਹ ਇਹਦੀ ਪਹਿਲੀ ਵਿਸ਼ੇਸ਼ਤਾ ਹੈ ਵੀ ਜੋ ਇਹਦੀ ਢਲਾਣ ਹੈ ਉਹ ਉੱਪਰ ਤੋਂ ਨੀਚੇ ਵੱਲ ਨੂੰ ਹੁੰਦੀ ਹੈ। ਸੈਕਿੰਡ ਹੈ, ਜੋ ਇਹ ਉਤਪਾਦਨ ਸੰਭਾਵਨਾ ਵਕਰ ਹੈ ਇਹ ਕੀ ਹੈ, ਮੂਲ ਬਿੰਦੂ ਵੱਲ ਨਤੋਦਰ ਹੁੰਦੀ ਹੈ। ਦੇਖੋ ਮੂਲ ਬਿੰਦੂ ਹੁੰਦਾ ਸਾਡਾ ਇਹ ਓ ਵਾਲਾ, ਔਰ ਨਤੋਦਰ ਦਾ ਮਤਲਬ ਕੀ ਹੈ, ਜੋ ਇਸ ਗ੍ਰਾਫ ਦਾ ਝੁਕਾਅ ਹੈ ਉਹ ਇਸ ਮੂਲ ਬਿੰਦੂ ਤੋਂ ਦੂਸਰੇ ਪਾਸੇ ਹੈ। ਦੂਸਰੇ ਪਾਸੇ ਹੋਣਾ ਅਸੀਂ ਇਹਨੂੰ ਕਹਿ ਦਿੰਦੇ ਹਾਂ ਨਤੋਦਰ, ਨੰਨਾ ਇਸ ਤਰ੍ਹਾਂ। ਇੱਕ ਹੁੰਦਾ ਸਾਡੇ ਕੋਲੇ ਉਣਤੋਦਰ। ਤਾਂ ਉਣਤੋਦਰ ਵਾਲਾ ਜੋ ਕੇਸ ਹੈ ਸਾਡਾ, ਇਹ ਬਣਦਾ ਹੈ ਸਾਡੇ ਕੋਲੇ ਜਦੋਂ ਅਸੀਂ ਤਟਸਥਤਾ ਵਕਰ ਪੜ੍ਹਦੇ ਹਾਂ, ਯਾਨੀ ਇਨਡਿਫਰੈਂਸ ਕਰਵ ਪੜਾਂਗੇ ਤਾਂ ਉਹ ਸਾਡਾ ਉਣਤੋਦਰ ਦਾ ਕੇਸ ਹੋਊਗਾ। ਜੇ ਅਸੀਂ ਗੱਲ ਉਤਪਾਦਨ ਸੰਭਾਵਨਾ ਵਕਰ ਯਾਨੀ ਪੀਪੀਸੀ ਦੀ ਕਰਦੇ ਹਾਂ ਤਾਂ ਸਾਡੇ ਕੋਲੇ ਜੋ ਢਲਾਣ ਹੈ ਜਾਂ ਇਹ ਕੀ ਹੈ, ਮੂਲ ਬਿੰਦੂ ਵੱਲ ਨਤੋਦਰ ਹੁੰਦੀ ਹੈ। ਤਾਂ ਸਾਡਾ ਜੋ ਪੀਪੀਸੀ ਹੈ ਉਹਦੀ ਢਲਾਣ ਹੁੰਦੀ ਹੈ ਮੂਲ ਬਿੰਦੂ ਤੋਂ ਨਤੋਦਰ। ਔਰ ਅੱਗੇ ਅਸੀਂ ਪੜਾਂਗੇ ਇਨਡਿਫਰੈਂਸ ਕਰਵ, ਉਹਦੇ ਲਈ ਜੋ ਢਲਾਣ ਹੋਊਗੀ ਸਾਡੇ ਮੂਲ ਬਿੰਦੂ ਵੱਲ ਉਣਤੋਦਰ ਹੋਊਗੀ। ਇਹ ਆਪਾਂ ਯਾਦ ਰੱਖਣਾ। ਉਮੀਦ ਕਰਦਾ ਤੁਹਾਨੂੰ ਇਹ ਕੁਐਸਚਨ ਚੰਗੀ ਤਰ੍ਹਾਂ ਸਮਝ ਆਇਆ ਹੋਊਗਾ। ਤਾਂ ਵੀਡੀਓ ਨੂੰ ਆਪਣੇ ਸਾਰੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਤਾਂ ਅਗਲਾ ਜੋ ਕੁਐਸਚਨ ਆਪਾਂ ਕਰਾਂਗੇ ਵੀ ਜੋ ਇਹ ਉਤਪਾਦਨ ਸੰਭਾਵਨਾ ਵਕਰ ਹੈ ਇਹਦਾ ਖਿਸਕਾਵ ਹੈ ਜਿਹੜਾ ਕਿਹੜੀਆਂ-ਕਿਹੜੀਆਂ ਸਥਿਤੀਆਂ ਦੇ ਵਿੱਚ ਹੁੰਦਾ ਗਾ। ਨਾਲ ਹੀ ਆਪਾਂ ਉਹਦੇ ਦੋ ਛੋਟੇ ਕੁਐਸਚਨ ਵੀ ਪੜਾਂਗੇ। ਇੱਕ ਹੈ ਸਾਡਾ ਸੀਮਾਂਤ ਅਵਸਰ ਲਾਗਤ ਤੇ ਇੱਕ ਹੈ ਇਕੱਲਾ ਅਵਸਰ ਲਾਗਤ। ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਟੇਕ ਕੇਅਰ।